ਗੌਰਮੈਂਟ ਸਮਾਰਟ ਮਿਡਲ ਸਕੂਲ ਮਹਿੰਦੀਪੁਰ ਤੋਂ ਬ੍ਰੌਡਕਾਸਟ ਹੋ ਰਿਹਾ ਅੱਜ ਦਾ ਇਸ ਸਾਇੰਸ ਸੰਬੰਧਿਤ ਸੈਸ਼ਨ ਵਿੱਚ ਮੈਂ ਰਾਜੀਵ ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਰਾਂਗੇ 8ਵੀਂ ਜਮਾਤ ਦੇ ਅਧਿਆਇ 4 ਪਦਾਰਥ, ਧਾਤਾਂ ਅਤੇ ਅਧਾਤਾਂ ਸੰਬੰਧੀ ਅਭਿਆਸ ਦੇ ਪ੍ਰਸ਼ਨ ਉੱਤਰ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਸਾਡੇ ਕੋਲ ਆਪਸ਼ਨਸ ਹਨ ਊੜਾ, ਜ਼ਿੰਕ, ਐੜੇ ਵਿੱਚ ਆਪਸ਼ਨ ਦਿੱਤੀ ਹੋਈ ਹੈ ਫਾਸਫੋਰਸ, ਸਲਫਰ ਅਤੇ ਆਕਸੀਜਨ। ਆਕਸੀਜਨ, ਸਲਫਰ ਅਤੇ ਫਾਸਫੋਰਸ ਤਿੰਨੇ ਹੀ ਅਧਾਤਾਂ ਹਨ। ਸਿਰਫ ਜ਼ਿੰਕ ਹੀ ਇੱਕ ਧਾਤ ਹੈ ਤੇ ਸਾਨੂੰ ਪਤਾ ਹੈ ਕਿ ਧਾਤ ਦਾ ਇੱਕ ਗੁਣ ਹੈ ਕਿ ਉਹਨਾਂ ਨੂੰ ਕੁੱਟ ਕੇ ਚਾਦਰ ਵਿੱਚ ਬਦਲਿਆ ਜਾ ਸਕਦਾ ਹੈ। ਇਸ ਲਈ ਸਹੀ ਉੱਤਰ ਹੈ ਊੜਾ। ਪ੍ਰਸ਼ਨ 2 ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਸਾਰੀਆਂ ਧਾਤਾਂ ਖਿੱਚਣਸ਼ੀਲ ਹੁੰਦੀਆਂ ਹਨ। ਭਾਵੇਂ ਧਾਤਾਂ ਦਾ ਇਹ ਗੁਣ ਹੈ ਖਿੱਚਣਸ਼ੀਲਤਾ, ਲੇਕਿਨ ਫਿਰ ਵੀ ਸਾਰੀਆਂ ਧਾਤਾਂ ਖਿੱਚਣਸ਼ੀਲ ਨਹੀਂ ਹੁੰਦੀਆਂ। ਜਿਵੇਂ ਜ਼ਿੰਕ ਤੇ ਮਰਕਰੀ ਖਿੱਚਣਸ਼ੀਲ ਨਹੀਂ ਹੈ। ਉਸ ਤੋਂ ਬਾਅਦ ਐੜੇ ਦੀ ਗੱਲ ਕਰਦੇ ਹਾਂ ਅਸੀਂ, ਸਾਰੀਆਂ ਧਾਤਾਂ ਖਿੱਚਣਸ਼ੀਲ ਹੁੰਦੀਆਂ ਹਨ। ਇਹ ਬਿਲਕੁਲ ਹੀ ਗਲਤ ਹੈ ਕਿਉਂਕਿ ਧਾਤਾਂ ਖਿੱਚਣਸ਼ੀਲ ਨਹੀਂ ਹੁੰਦੀਆਂ। ਈੜੀ ਪਾਠ, ਆਮ ਤੌਰ ਤੇ ਧਾਤਾਂ ਖਿੱਚਣਸ਼ੀਲ ਹੁੰਦੀਆਂ ਹਨ। ਇਹ ਉੱਤਰ ਬਿਲਕੁਲ ਸਹੀ ਹੈ। ਸੋ ਈੜੀ ਸਹੀ ਉੱਤਰ ਹੈ। ਪ੍ਰਸ਼ਨ 3 ਹੈ, ਖਾਲੀ ਸਥਾਨ ਭਰੋ। ਊੜਾ, ਫਾਸਫੋਰਸ ਬਹੁਤ ਕਿਰਿਆਸ਼ੀਲ ਅਧਾਤ ਹੈ ਤੇ ਖਾਲੀ ਥਾਂ ਤੇ ਇੱਥੇ ਕਿਰਿਆਸ਼ੀਲ ਆਏਗਾ ਕਿਉਂਕਿ ਫਾਸਫੋਰਸ ਇੰਨਾ ਕਿਰਿਆਸ਼ੀਲ ਹੈ ਕਿ ਇਸ ਨੂੰ ਹਵਾ ਦੇ ਵਿੱਚ ਅਸੀਂ ਨਹੀਂ ਛੱਡ ਸਕਦੇ। ਇਸ ਨੂੰ ਪਾਣੀ ਦੀ ਜਾਂ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਐੜਾ, ਧਾਤਾਂ ਗਰਮੀ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਬਿਲਕੁਲ ਸਹੀ ਹੈ ਕਿਉਂਕਿ ਧਾਤਾਂ ਜਿਹੜੀਆਂ ਹਨ ਬਿਜਲੀ ਦੀਆਂ ਚਾਲਕ ਹਨ, ਤਾਂ ਹੀ ਤਾਂ ਉਹਨਾਂ ਦੀ ਤਾਰਾਂ ਬਣਦੀਆਂ ਹਨ। ਠੀਕ ਹੈ। ਈੜੀ, ਆਇਰਨ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਆਇਰਨ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਤਾਂ ਹੀ ਤਾਂ ਕਾਪਰ ਸਲਫੇਟ ਦੇ ਘੋਲ ਵਿੱਚ ਜਦੋਂ ਅਸੀਂ ਲੋਹੇ ਦੀਆਂ ਮੇਖਾਂ ਪਾ ਦਿੰਦੇ ਹਾਂ ਤਾਂ ਲੋਹਾ ਜੋ ਜਿਹਦੀਆਂ ਮੇਖਾਂ ਬਣੀਆਂ ਹਨ ਉਹ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ ਤੇ ਉਸ ਦੀ ਥਾਂ ਆਪ ਲੈ ਲੈਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਆਇਰਨ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਸੱਸਾ ਹੈ, ਧਾਤਾਂ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ। ਅਸੀਂ ਕਾਪਰ ਪਲੇਟ ਦੇ ਉੱਪਰ ਸਲਫਿਊਰਿਕ ਐਸਿਡ ਪਾਉਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਹਾਈਡਰੋਜਨ ਗੈਸ ਬਣਦੀ ਹੈ। ਤਾਂ ਸੱਸੇ ਦੇ ਵਿੱਚ ਜੋ ਖਾਲੀ ਥਾਂ ਹੈ ਉੱਥੇ ਹਾਈਡਰੋਜਨ ਆਵੇਗਾ। ਪ੍ਰਸ਼ਨ 4, ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ। ਊੜਾ, ਆਮ ਤੌਰ ਤੇ ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ। ਆਮ ਤੌਰ ਤੇ ਧਾਤਾਂ ਨਹੀਂ, ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ ਤੇ ਇਹ ਗਲਤ ਦਿੱਤਾ ਹੋਇਆ ਹੈ। ਇੱਥੇ ਫਾਲਸ ਆਏਗਾ। ਸੋਡੀਅਮ ਬਹੁਤ ਕਿਰਿਆਸ਼ੀਲ ਧਾਤ ਹੈ। ਸੋਡੀਅਮ ਵੀ ਇੰਨੀ ਕਿਰਿਆਸ਼ੀਲ ਧਾਤ ਹੈ ਜਿਵੇਂ ਫਾਸਫੋਰਸ, ਤੇ ਇਸ ਨੂੰ ਵੀ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਇਸ ਲਈ ਇਹ ਸਹੀ ਹੈ, ਟਰੂ ਆਏਗਾ ਇੱਥੇ। ਈੜੀ, ਕਾਪਰ ਜ਼ਿੰਕ ਸਲਫੇਟ ਦੇ ਘੋਲ ਵਿੱਚੋਂ ਜ਼ਿੰਕ ਵਿਸਥਾਪਿਤ ਕਰਦਾ ਹੈ। ਇਹ ਨਹੀਂ ਹੋ ਸਕਦਾ ਕਿਉਂਕਿ ਜ਼ਿੰਕ ਜਿਹੜਾ ਹੈ ਉਹ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਜ਼ਿੰਕ ਤਾਂ ਕਾਪਰ ਸਲਫੇਟ ਦੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਸਕਦਾ ਹੈ, ਲੇਕਿਨ ਕਾਪਰ ਜ਼ਿੰਕ ਸਲਫੇਟ ਦੇ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ। ਇਸ ਲਈ ਇਹ ਫਾਲਸ ਹੈ। ਆਮ ਤੌਰ ਤੇ ਧਾਤਾਂ, ਚਲੋ ਇਹ ਆਪਣਾ ਹੋ ਗਿਆ ਹੈ। ਸੱਸਾ ਤੇ ਆਪਾਂ ਆਵਾਂਗੇ। ਕੋਲੇ ਨੂੰ ਖਿੱਚ ਕੇ ਤਾਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਆਮ ਜੀਵਨ ਵਿੱਚ ਅਸੀਂ ਦੇਖਿਆ ਕਿ ਕੋਲਿਆਂ ਨੂੰ ਖਿੱਚ ਸਕਦੇ ਹਾਂ, ਅਸੀਂ ਉਹਦੀ ਤਾਰਾਂ ਬਣਾ ਸਕਦੇ ਹਾਂ।
नहीं बना सकते, इस करके यह फॉल्स है। उदा भी कोला अतात है। प्रश्न 5, ਹੀਠਾਂ ਦਿੱਤੀ ਸਾਰਣੀ ਵਿੱਚ ਗੁਣਾਂ ਦੀ ਸੂਚੀ ਦਿੱਤੀ ਗਈ ਹੈ। ਇਹਨਾਂ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਕੀ ਅੰਤਰ ਹੈ ਜਾਂ ਅੰਤਰ ਪਤਾ ਕਰੋ। ਪਹਿਲਾ ਗੁਣ ਦੱਸਿਆ ਹੋਇਆ ਦਿੱਖ। ਦੇਖੋ ਜਿਹੜੀ ਧਾਤ ਹੈ ਉਸ ਦੀ ਦਿੱਖ ਚਮਕਦਾਰ ਹੁੰਦੀ ਹੈ। ਤੁਸੀਂ ਕੋਈ ਕਾਪਰ, ਕੋਈ ਐਲੂਮੀਨੀਅਮ, ਕੋਈ ਆਇਰਨ ਦਾ ਟੁਕੜਾ ਲਓ, ਉਸ ਨੂੰ ਕੱਟ ਕੇ ਦੇਖ ਲਓ, ਉਹ ਕੱਟੇ ਹੋਏ ਟੁਕੜਿਆਂ ਨੂੰ ਤੁਸੀਂ ਦੇਖੋਗੇ ਤਾਂ ਉਹਨਾਂ ਵਿੱਚ ਚਮਕ ਤੁਹਾਨੂੰ ਸਾਫ਼ ਨਜ਼ਰ ਆਣੀ ਹੈ। ਇਸ ਲਈ ਧਾਤਾਂ ਜਿਹੜੀਆਂ ਨੇ ਚਮਕਦਾਰ ਹੁੰਦੀਆਂ ਹਨ, ਅਧਾਤਾਂ ਚਮਕਦਾਰ ਨਹੀਂ ਹੁੰਦੀਆਂ। ਕਠੋਰਤਾ ਦੀ ਗੱਲ ਕਰ ਲਈਏ ਤੇ ਲੋਹਾ ਕਿੰਨਾ ਕਠੋਰ ਹੁੰਦਾ ਹੈ ਨਾ। ਸੋ ਧਾਤਾਂ ਕਠੋਰ ਹੁੰਦੀਆਂ ਹਨ, ਅਧਾਤ ਜਿਹੜੀ ਹੈ ਉਹ ਨਰਮ ਹੁੰਦੀ ਹੈ। ਖਿਚਨਸ਼ੀਲਤਾ, ਧਾਤਾਂ ਨੂੰ ਖਿੱਚ ਕੇ ਤਾਰਾਂ ਵਿੱਚ ਬਦਲਿਆ ਜਾ ਸਕਦਾ ਹੈ। ਜਿਵੇਂ ਕਾਪਰ ਦੀ ਤਾਰਾਂ ਹੁੰਦੀਆਂ ਹਨ, ਐਲੂਮੀਨੀਅਮ ਦੀ ਤਾਰਾਂ ਹੁੰਦੀਆਂ ਹਨ, ਠੀਕ ਹੈ, ਜਦਕਿ ਉਹਨਾਂ ਨੂੰ ਖਿੱਚ ਕੇ, ਧਾਤਾਂ ਨੂੰ ਖਿੱਚ ਕੇ ਤਾਰਾਂ ਵਿੱਚ ਨਹੀਂ ਬਦਲਿਆ ਜਾ ਸਕਦਾ। ਕੁਟਨਸ਼ੀਲਤਾ ਦੀ ਗੱਲ ਕਰੀਏ ਤੇ ਧਾਤਾਂ ਨੂੰ ਕੁੱਟ ਕੇ ਉਹਦੀ ਚਾਦਰਾਂ ਬਣ ਜਾਂਦੀਆਂ ਹਨ। ਐਲੂਮੀਨੀਅਮ ਫੋਇਲਸ ਆਪਾਂ ਸਾਰੇ ਜਾਣਦੇ ਹਾਂ ਨਾ। ਐਲੂਮੀਨੀਅਮ ਕੀ ਹੈ? ਧਾਤ ਹੈ, ਠੀਕ ਹੈ। ਫੋਇਲਸ ਕਿਵੇਂ ਹੁੰਦੇ ਹਨ? ਹੁੰਦੀ ਨਾ ਪਤਲੀ ਜੀ, ਬਿਲਕੁਲ ਪਤਲੀ ਜੀ ਚਾਦਰ ਵਰਗੀ। ਸੋ ਧਾਤਾਂ ਨੂੰ ਕੁੱਟ ਕੇ ਚਾਦਰਾਂ ਵਿੱਚ ਬਦਲਿਆ ਜਾ ਸਕਦਾ, ਜਦਕਿ ਅਧਾਤਾਂ ਨੂੰ ਚਾਦਰਾਂ ਵਿੱਚ ਨਹੀਂ ਬਣਾਇਆ ਜਾ ਸਕਦਾ। ਤਾਪ ਦੀ ਚਾਲਕ, ਜਿਹੜੀਆਂ ਧਾਤਾਂ ਹਨ ਇਹ ਤਾਪ ਦੀਆਂ ਚਾਲਕ ਹਨ। ਕਾਪਰ ਵਾਇਰ ਆਪਾਂ ਯੂਜ਼ ਕਰਦੇ ਹਾਂ, ਐਲੂਮੀਨੀਅਮ ਵਾਇਰ ਯੂਜ਼ ਕਰਦੇ ਹਾਂ, ਜਾਂ ਹੋਰ ਐਲੋਇਜ਼ ਜਿਹੜੇ ਹੈਗੇ ਉਹ ਯੂਜ਼ ਕਰਦੇ ਹਾਂ ਅਸੀਂ। ਮੈਂ ਤਾਪ ਦੀ ਚਾਲਕ ਦੀ ਗੱਲ ਕਰਦਾ ਹਾਂ ਤੇ ਕਾਪਰ ਵੀ ਜਿਹੜਾ ਹੈਗਾ ਤਾਪ ਦੀ ਚਾਲਕ ਹੈ, ਐਲੂਮੀਨੀਅਮ ਵੀ ਤਾਪ ਦਾ ਚਾਲਕ ਹੈ। ਹੋਰ ਜਿਹੜੇ ਐਲੋਇਜ਼ ਹੈਗੇ ਆ, ਜਿਹੜੇ ਭਾਂਡੇ ਹੈਗੇ ਆ, ਠੀਕ ਹੈ, ਹੰਡੋਲੀਅਮ ਦੇ ਬਣੇ ਹੁੰਦੇ ਹੈਗੇ ਆ, ਐਲੂਮੀਨੀਅਮ ਮਿਕਸ ਕੀਤੇ ਹੁੰਦੇ ਆ, ਤਾਂ ਇਹ ਤਾਪ ਦੇ ਸੁਚਾਲਕ ਹੁੰਦੇ ਹਨ, ਜਦਕਿ ਅਧਾਤਾਂ ਤਾਪ ਦੀਆਂ ਸੁਚਾਲਕ ਨਹੀਂ ਹੁੰਦੀਆਂ। 6ਵਾਂ ਹੈ ਆਪਣੇ ਕੋਲ ਬਿਜਲਈ ਚਾਲਕ। ਧਾਤਾਂ ਬਿਜਲੀ ਦੀਆਂ ਚਾਲਕ ਹੁੰਦੀਆਂ ਹਨ। ਇਹ ਹੁਣ ਸਾਰੇ ਜਾਣ ਗਏ ਹਾਂ ਅਸੀਂ, ਕਿਉਂਕਿ ਸਾਨੂੰ ਪਤਾ ਹੈ ਸਾਡੇ ਘਰਾਂ ਦੇ ਵਿੱਚ ਜੋ ਬਿਜਲੀ ਪਹੁੰਚਦੀ ਹੈ ਉਹ ਧਾਤਾਂ ਦੀਆਂ ਤਾਰਾਂ ਰਾਹੀਂ ਪਹੁੰਚਦੀ ਹੈ, ਠੀਕ ਹੈ। ਤੇ ਅਧਾਤਾਂ ਜਿਹੜੀਆਂ ਹਨ ਉਹ ਬਿਜਲੀ ਦੀਆਂ ਉਹ ਚਾਲਕ ਹੁੰਦੀਆਂ ਹਨ। ਪ੍ਰਸ਼ਨ 6 ਹੈ, ਹੇਠ ਲਿਖਿਆਂ ਦੇ ਕਾਰਨ ਦਿਓ। ਐਲੂਮੀਨੀਅਮ ਦੀ ਫੋਇਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤਾ ਜਾਂਦਾ ਹੈ। ਕਿਉਂ? ਸਾਨੂੰ ਪਤਾ ਹੈ ਕਿ ਐਲੂਮੀਨੀਅਮ ਇੱਕ ਧਾਤ ਹੈ ਤੇ ਧਾਤਾਂ ਨੂੰ ਕੁੱਟ ਕੇ ਉਸ ਦੀਆਂ ਸ਼ੀਟਾਂ ਬਣਾਈਆਂ ਜਾ ਸਕਦੀਆਂ ਹਨ। ਇਸ ਕਰਕੇ ਐਲੂਮੀਨੀਅਮ ਨੂੰ ਕੁੱਟ ਕੇ ਬਿਲਕੁਲ ਪਤਲੀ ਜੀ ਫੋਇਲ ਵਰਗਾ ਰੂਪ ਦੇ ਦਿੱਤਾ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਐਲੂਮੀਨੀਅਮ ਫੋਇਲ ਹੁੰਦੀ ਹੈ ਇਹ ਆਕਸਾਈਡ ਦੀ ਪਰਤ ਨਹੀਂ ਬਣਨ ਦਿੰਦੀ, ਜਿਸ ਨਾਲ ਭੋਜਨ ਨਾਲ ਕਿਰਿਆ ਨਹੀਂ ਕਰਨ ਦਿੰਦੀ। ਐੜਾ ਹੈ, ਦਰਵਾਂ ਨੂੰ ਗਰਮ ਕਰਨ ਵਾਲੀ ਇਮਰਸ਼ਨ ਰੌਡ ਧਾਤਵੀ ਪਦਾਰਥ ਤੋਂ ਬਣਦੀਆਂ ਹਨ, ਕਿਉਂਕਿ ਧਾਤਾਂ ਜਿਹੜੀਆਂ ਹਨ ਉਹ ਤਾਪ ਅਤੇ ਬਿਜਲੀ ਦੀਆਂ ਵਧੀਆ ਚਾਲਕ ਹੁੰਦੀਆਂ ਹਨ। ਐਸੇ ਕਰਕੇ ਤਾਂ ਇਮਰਸ਼ਨ ਰੌਡ ਜਿਹੜੀ ਹੈ ਉਹ ਧਾਤਵੀ ਹੁੰਦੀ ਹੈ। ਪ੍ਰਸ਼ਨ 6 ਹੈ ਆਪਣੇ ਕੋਲ, ਹੇਠ ਲਿਖਿਆਂ ਦੇ ਕਾਰਨ ਦਿਓ। ਐਲੂਮੀਨੀਅਮ ਦੀ ਫੋਇਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾਂਦੀ ਹੈ, ਕਿਉਂ? ਪਹਿਲੀ ਗੱਲ ਤਾਂ ਹੈ ਕਿ ਐਲੂਮੀਨੀਅਮ ਬਹੁਤ ਹੀ ਕੁਟਨਸ਼ੀਲ ਜਾਂ ਕੁੱਟਣਯੋਗ ਧਾਤ ਹੈ। ਪਤਲੀਆਂ ਫੋਇਲ ਇਸ ਦੀਆਂ ਬਣਾਈਆਂ ਜਾਂਦੀਆਂ ਹਨ ਤੇ ਇਸ ਤੋਂ ਇਲਾਵਾ ਐਲੂਮੀਨੀਅਮ ਫੋਇਲ ਉੱਤੇ ਐਲੂਮੀਨੀਅਮ ਆਕਸਾਈਡ ਦੀ ਪਰਤ ਬਣ ਜਾਂਦੀ ਹੈ ਜੋ ਭੋਜਨ ਨਾਲ ਕਿਰਿਆ ਨਹੀਂ ਕਰਨ ਦਿੰਦੀ। ਐੜਾ ਹੈ, ਦਰਵਾਂ ਨੂੰ ਗਰਮ ਕਰਨ ਲਈ ਇਮਰਸ਼ਨ ਰੌਡ ਧਾਤਵੀ ਪਦਾਰਥਾਂ ਤੋਂ ਬਣਦੀਆਂ ਹਨ, ਕਿਉਂਕਿ ਧਾਤਾਂ ਤਾਪ ਅਤੇ ਬਿਜਲੀ ਦੀਆਂ ਵਧੀਆ ਚਾਲਕ ਹਨ। ਈੜੀ ਹੈ, ਕਾਪਰ ਜ਼ਿੰਕ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ। ਇਸ ਲਈ ਨਹੀਂ ਕਰ ਸਕਦਾ ਕਿਉਂਕਿ ਜ਼ਿੰਕ ਜਿਹੜਾ ਆ ਉਹ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਜੇ ਕਾਪਰ ਜ਼ਿੰਕ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਤਾਂ ਹੀ ਉਹ ਕਰ ਸਕਦਾ ਸੀ ਵਿਸਥਾਪਿਤ। ਇੱਥੇ ਉਲਟ ਹੈ, ਜ਼ਿੰਕ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੈ। ਇਸ ਕਰਕੇ
ਕਾਪਰ ਜ਼ਿੰਕ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ। ਸੋ ਉੱਤਰ ਆਏਗਾ ਕਿਉਂਕਿ ਕਾਪਰ ਜ਼ਿੰਕ ਨਾਲੋਂ ਘੱਟ ਕਿਰਿਆਸ਼ੀਲ ਧਾਤ ਹੈ। ਸੱਸਾ ਹੈ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ। ਸੋਡੀਅਮ ਅਤੇ ਪੋਟਾਸ਼ੀਅਮ ਦੋਨੋਂ ਹੀ ਬਹੁਤ ਕਿਰਿਆਸ਼ੀਲ ਧਾਤਾਂ ਹਨ। ਇਹ ਹਵਾ ਤੇ ਪਾਣੀ ਦੇ ਸੰਪਰਕ ਵਿੱਚ ਆ ਕੇ ਅੱਗ ਫੜ ਲੈਂਦੀਆਂ ਹਨ, ਇਸ ਕਰਕੇ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਹੀ ਰੱਖਿਆ ਜਾਂਦਾ ਹੈ। ਕੀ ਤੁਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨਾਂ ਵਿੱਚ ਰੱਖ ਸਕਦੇ ਹੋ? ਸਪਸ਼ਟ ਕਰੋ। ਸਾਨੂੰ ਪਤਾ ਹੈ ਕਿ ਨਿੰਬੂ ਜਿਹੜਾ ਹੈ ਉਹ ਐਸਿਡਿਕ ਹੈ, ਤੇਜ਼ਾਬੀ ਹੈ, ਜਿਸ ਦਾ pH 2.4 ਹੁੰਦਾ ਹੈ, ਯਾਨੀ ਬਹੁਤ ਜ਼ਿਆਦਾ ਤੇਜ਼ਾਬੀ ਹੈ ਇਹ। ਤੇ ਇਸ ਨੂੰ ਜਦੋਂ ਅਸੀਂ ਐਲੂਮੀਨੀਅਮ ਦੇ ਬਰਤਨ ਵਿੱਚ ਰੱਖਾਂਗੇ ਜੋ ਕਿ ਇੱਕ ਧਾਤ ਹੈ, ਇਹ ਤੇਜ਼ਾਬ ਜਿਹੜਾ ਆ ਧਾਤ ਨਾਲ ਕਿਰਿਆ ਕਰ ਲੈਂਦਾ ਹੈ, ਜਿਸ ਨਾਲ ਇਸ ਦੇ ਵਿੱਚ ਪਈ ਹੋਈ ਕੋਈ ਵੀ ਖੱਟੀ ਵਸਤੂ ਜਿਹੜੀ ਹੈ, ਭੋਜਨ ਪਦਾਰਥ, ਉਹ ਖਰਾਬ ਹੋ ਜਾਂਦੀ ਹੈ, ਜ਼ਹਿਰੀਲੀ ਹੋ ਜਾਂਦੀ ਹੈ। ਸੋ ਉੱਤਰ ਹੋਏਗਾ ਨਿੰਬੂ ਦੇ ਅਚਾਰ ਵਿੱਚ ਤੇਜ਼ਾਬ ਹੁੰਦਾ ਹੈ, ਇਸ ਲਈ ਜੇਕਰ ਅਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨ ਵਿੱਚ ਰੱਖਾਂਗੇ ਤਾਂ ਤੇਜ਼ਾਬ ਐਲੂਮੀਨੀਅਮ ਨਾਲ ਕਿਰਿਆ ਕਰਕੇ ਬਰਤਨ ਨੂੰ ਖੋਰ ਦੇਵੇਗਾ, ਔਰ ਜਦੋਂ ਬਰਤਨ ਨੂੰ ਖੋਰੇਗਾ ਤਾਂ ਉਹਦਾ ਜਿਹੜਾ ਖੋਰਿਆ ਹੋਇਆ ਪਦਾਰਥ ਹੈ ਉਹ ਅਚਾਰ ਦੇ ਵਿੱਚ ਰਲ ਜਾਏਗਾ ਤੇ ਉਹ ਜ਼ਹਿਰੀਲਾ ਹੋ ਜਾਏਗਾ। ਪ੍ਰਸ਼ਨ 8, ਹੇਠਾਂ ਦਿੱਤੀ ਸਾਰਣੀ ਦੇ ਕਾਲਮ 1 ਵਿੱਚ ਕੁਝ ਪਦਾਰਥ ਦਿੱਤੇ ਹੋਏ ਹਨ, ਕਾਲਮ 2 ਵਿੱਚ ਉਹਨਾਂ ਦੇ ਕੁਝ ਉਪਯੋਗ ਦਿੱਤੇ ਗਏ ਹਨ। ਕਾਲਮ 1 ਦੇ ਪਦਾਰਥਾਂ ਨੂੰ ਕਾਲਮ 2 ਨਾਲ ਸਹੀ ਮਿਲਾਨ ਕਰਨਾ ਹੈ। ਪਿਆਰੇ ਬੱਚਿਓ, ਜਦੋਂ ਵੀ ਅਸੀਂ ਮਿਲਾਨ ਕਰਨਾ ਹੈ ਤਾਂ ਤੁਸੀਂ ਪਹਿਲਾਂ ਕਾਲਮ A ਜਾਂ ਕਾਲਮ 1 ਵਿੱਚ ਜੋ ਪੁਆਇੰਟ ਦਿੱਤੇ ਹਨ, ਜਿੰਨੇ ਪੁਆਇੰਟਸ ਦਿੱਤੇ ਹਨ, ਉਹ ਸਾਰੇ ਚੰਗੀ ਤਰ੍ਹਾਂ ਪੜ੍ਹ ਲੈਣੇ ਹਨ। ਜਿਵੇਂ ਸਾਡੇ ਕੋਲ ਕਾਲਮ 1 ਵਿੱਚ ਹੈ ਗੋਲਡ, ਆਇਰਨ, ਐਲੂਮੀਨੀਅਮ, ਕਾਰਬਨ, ਕਾਪਰ, ਮਰਕਰੀ। ਸੋ ਇਹਨਾਂ ਚੌਹਾਂ ਜਿਹੜੇ 6 ਪੁਆਇੰਟਸ ਸਾਰੇ ਹਨ ਸਾਡੇ ਕੋਲ, 6 ਪੁਆਇੰਟਸ ਬਾਰੇ ਸਾਨੂੰ ਕੁਝ ਨਾ ਕੁਝ ਨੌਲੇਜ ਤਾਂ ਹੈਗੀ ਹੈ ਨਾ। ਹੁਣ ਅਸੀਂ ਕਾਲਮ 2 ਪੜ੍ਹਦੇ ਹਾਂ। ਥਰਮਾਮੀਟਰ, ਬਿਜਲੀ ਦੀਆਂ ਤਾਰਾਂ, ਭੋਜਨ ਸਮੱਗਰੀ ਨੂੰ ਲਪੇਟਣਾ। ਹੁਣ ਦੇਖੋ, ਭੋਜਨ ਸਮੱਗਰੀ ਲਪੇਟਣਾ ਸਾਨੂੰ ਇੰਨਾ ਪਤਾ ਹੈ ਕਿਉਂਕਿ ਆਪਾਂ ਲੰਚ ਲੈ ਕੇ ਆਨੇ ਘਰੋਂ, ਉਹਨੂੰ ਐਲੂਮੀਨੀਅਮ ਫੋਇਲ ਵਿੱਚ ਲਪੇਟਿਆ ਜਾਂਦਾ ਆ, ਤਾਂ ਫਟਾਫਟ 3 ਨੂੰ ਈਡੀ ਦੇ ਨਾਲ ਜੁਆਇਨ ਕਰ ਦਿਓ ਜੀ। ਠੀਕ ਹੈ। ਗਹਿਣੇ ਸਾਨੂੰ ਪਤਾ ਆ ਉਹ ਸੋਨੇ ਦੇ ਬਣਦੇ ਆ, ਫਟਾਫਟ ਗੋਲਡ ਨਾਲ ਮਿਲਾ ਦਿਓ ਜੀ। ਉਸ ਤੋਂ ਬਾਅਦ ਮਸ਼ੀਨਾਂ, ਇਹ ਲੋਹੇ ਦੀਆਂ ਬਣੀਆਂ ਹੁੰਦੀਆਂ ਹਨ, ਆਇਰਨ ਨਾਲ ਮਿਲਾ ਦਿਓ। ਬਾਲਣ, ਜਿਹੜਾ ਕਾਰਬਨ, ਕੋਲਾ ਬਾਲਣ ਹੁੰਦਾ ਹੈ, ਉਹਨੂੰ ਮਿਲਾ ਦਿਓ। ਠੀਕ ਹੈ। ਦੇਖੋ ਹੁਣ ਬੜੀ ਈਜ਼ੀਲੀ ਅਸੀਂ 6 ਦੇ ਵਿੱਚੋਂ 4 ਤਾਂ ਈਜ਼ੀਲੀ ਮਿਲਾ ਦਿੱਤੇ ਹਨ। ਸਾਡੇ ਕੋਲ ਰਹਿ ਗਿਆ ਹੁਣ ਥਰਮਾਮੀਟਰ ਤੇ ਬਿਜਲੀ ਦੀਆਂ ਤਾਰਾਂ। ਸੋ ਜੋ ਮਰਕਰੀ ਹੈ ਉਹ ਥਰਮਾਮੀਟਰ ਵਿੱਚ ਯੂਜ਼ ਹੁੰਦਾ ਹੈ ਤੇ ਕਾਪਰ ਦੀਆਂ ਤਾਰਾਂ ਹੁੰਦੀਆਂ ਹਨ। ਹੋ ਗਿਆ ਨਾ ਈਜ਼ੀਲੀ ਮੈਚ। ਸੋ ਦਿਸ ਇਜ਼ ਦਾ ਬੈਸਟ ਵੇ ਬੇਟਾ, ਇਸ ਤਰੀਕੇ ਨਾਲ ਮੈਚ ਕਰ ਸਕਦੇ ਹੋ ਤੁਸੀਂ। ਪ੍ਰਸ਼ਨ 9 ਹੈ, ਕੀ ਹੁੰਦਾ ਹੈ ਜਦੋਂ ਸਮੀਕਰਨਾਂ ਵੀ ਲਿਖੋ। ਅੱਛਾ, ਕੀ ਹੁੰਦਾ ਹੈ ਜਦੋਂ, ਮਤਲਬ ਸਾਨੂੰ ਸਮੀਕਰਨ ਵੀ ਨਾਲ ਲਿਖਣੇ ਹਨ। ਹਲਕਾ ਸਲਫਿਊਰਿਕ ਐਸਿਡ ਕਾਪਰ ਦੀ ਪਲੇਟ ਉੱਤੇ ਪਾਇਆ ਜਾਂਦਾ ਹੈ, ਕੋਈ ਕਿਰਿਆ ਨਹੀਂ ਹੋਵੇਗੀ। ਵੀ ਕਿਉਂ ਕਿਰਿਆ ਨਹੀਂ ਹੋਏਗੀ? ਕਿਉਂਕਿ ਕਾਪਰ ਜਿਹੜਾ ਹੈਗਾ ਆ ਉਹ ਬਹੁਤ ਘੱਟ ਕਿਰਿਆਸ਼ੀਲ ਹੈ। ਠੀਕ ਹੈ। ਸੋ ਕਾਪਰ ਜਿਹੜਾ ਆ, ਇਹ ਕਾਪਰ ਹਾਈਡਰੋਜਨ ਨਾਲੋਂ ਘੱਟ ਕਿਰਿਆਸ਼ੀਲ ਹੈ। ਤੇ ਜਦੋਂ ਹੁਣ ਆਪਾਂ ਕਿਰਿਆ ਕਰਦੇ ਹਾਂ ਇਸ ਦੀ, ਕਾਪਰ ਜਮਾ ਪਤਲਾ ਸਲਫਿਊਰਿਕ ਐਸਿਡ, ਤਾਂ ਕਾਪਰ ਜਦੋਂ ਪਤਲਾ ਸਲਫਿਊਰਿਕ ਐਸਿਡ ਦਾ ਕੋਈ ਕਿਰਿਆ ਨਹੀਂ ਹੋਏਗੀ, ਰਾਈਟ। ਜੇ ਜ਼ਿਆਦਾ ਮਤਲਬ ਕੰਸਨਟ੍ਰੇਟਿਡ ਹੈ ਫਿਰ ਜ਼ਰੂਰ ਕਾਪਰ ਸਲਫੇਟ ਜਿਹੜਾ ਆ ਉਹ ਬਣ ਜਾਏਗਾ। ਐੜਾ ਹੈ, ਲੋਹੇ ਦੀ ਕਿਲ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ। ਕਾਪਰ ਸਲਫੇਟ ਦਾ ਘੋਲ ਨੀਲੇ ਰੰਗ ਦਾ ਹੁੰਦਾ ਹੈ, ਸਾਨੂੰ ਪਤਾ ਹੈ। ਤੇ ਜਦੋਂ ਲੋਹੇ ਦੀ ਕਿਲ ਕਾਪਰ ਸਲਫੇਟ ਵਿੱਚ ਰੱਖੀ ਜਾਂਦੀ ਹੈ ਨਾ, ਤਾਂ ਕਿਉਂਕਿ ਕਿਲ ਜਿਹੜਾ ਲੋਹੇ ਦਾ ਬਣਿਆ ਹੋਇਆ ਹੈ ਤੇ ਲੋਹਾ ਜਿਹੜਾ ਆ ਉਹ ਵੱਧ ਕਿਰਿਆਸ਼ੀਲ ਹੈ ਕਾਪਰ ਤੋਂ, ਉਹਨੇ ਕਾਪਰ ਦੀ ਥਾਂ ਲੈ ਲੈਣੀ ਆ। ਮਤਲਬ ਕਾਪਰ ਦੀ ਥਾਂ ਤੇ ਜਿਹੜਾ ਕਾਪਰ ਸਲਫੇਟ ਦਾ ਘੋਲ ਸੀ, ਇਹ ਬਣ ਗਿਆ ਹੁਣ ਆਇਰਨ ਸਲਫੇਟ। ਤੇ ਆਇਰਨ ਸਲਫੇਟ ਦਾ ਰੰਗ ਹੁੰਦਾ ਹੈ ਹਲਕਾ ਹਰਾ। ਪ੍ਰਸ਼ਨ 10, ਸਲੋਨੀ ਨੇ ਲੱਕੜੀ ਦੇ ਕੋਲੇ ਦਾ ਇੱਕ ਜਲਦਾ ਹੋਇਆ ਟੁਕੜਾ ਲਿਆ ਅਤੇ ਉਸ ਤੋਂ ਪੈਦਾ ਹੋਣ ਵਾਲੀ ਗੈਸ ਨੂੰ ਇੱਕ ਪਰਖ ਨਲੀ ਵਿੱਚ ਇਕੱਠਾ ਕੀਤਾ।
ਉਹ ਗੈਸ ਦੇ ਸੁਭਾਅ ਨੂੰ ਕਿਵੇਂ ਪਰਖੇਗੀ? ਲੱਕੜੀ ਦੇ ਕੋਲੇ ਦੇ ਜਲਦੇ ਹੋਏ ਟੁਕੜੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਸੋ ਇਹ ਗੈਸ ਨੂੰ ਤਾਜ਼ੇ ਚੂਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ, ਜਿਹੜਾ ਕਿ ਉਹ ਚੂਨੇ ਵਾਲਾ ਪਾਣੀ ਉਹ ਦੁਧੀਆ ਹੋ ਜਾਂਦਾ ਹੈ, ਜਿਹੜਾ ਕਿ ਕਾਰਬਨ ਡਾਈਆਕਸਾਈਡ ਗੈਸ ਦੀ ਹੋਂਦ ਨੂੰ ਦਰਸਾਉਂਦਾ ਹੈ। ਐੜਾ ਹੈ, ਇਸ ਪ੍ਰਕਰਮ ਵਿੱਚ ਹੋਣ ਵਾਲੀਆਂ ਸਾਰੀ ਪ੍ਰਤੀਕਿਰਿਆਵਾਂ ਦੇ ਸ਼ਬਦ ਸਮੀਕਰਨ ਲਿਖੋ। ਕਾਰਬਨ ਜਮਾ ਆਕਸੀਜਨ ਕੀ ਬਣ ਜਾਂਦਾ ਹੈ? ਕਾਰਬਨ ਡਾਈਆਕਸਾਈਡ ਗੈਸ। ਪ੍ਰਸ਼ਨ 11 ਹੈ, ਇੱਕ ਦਿਨ ਰੀਤਾ ਆਪਣੀ ਮਾਂ ਦੇ ਨਾਲ ਸੁਨਿਆਰੇ ਦੀ ਦੁਕਾਨ ਤੇ ਗਈ। ਉਸਦੀ ਮਾਂ ਨੇ ਸੁਨਿਆਰੇ ਨੂੰ ਪਾਲਿਸ਼ ਕਰਨ ਲਈ ਸੋਨੇ ਦੇ ਪੁਰਾਣੇ ਗਹਿਣੇ ਦਿੱਤੇ। ਅਗਲੇ ਦਿਨ ਜਦੋਂ ਉਹ ਗਹਿਣੇ ਵਾਪਸ ਲਿਆਈ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਭਾਰ ਕੁਝ ਘੱਟ ਹੋ ਗਿਆ ਹੈ। ਸੁਨਿਆਰੇ ਨੇ ਗਹਿਣੇ ਐਕੁਆਰੀਜ਼ੀਆ ਮਤਲਬ ਹਾਈਡਰੋਕਲੋਰਿਕ ਤੇਜ਼ਾਬ ਅਤੇ ਨਾਈਟ੍ਰਿਕ ਤੇਜ਼ਾਬ ਦਾ ਮਿਸ਼ਰਣ ਹੁੰਦਾ ਹੈ, ਐਕੁਆਰੀਜ਼ੀਆ ਦੇ ਘੋਲ ਵਿੱਚ ਪਾਇਆ ਹੋਇਆ, ਜਿਸ ਕਰਕੇ ਕੁਝ ਸੋਨਾ ਜਿਹੜਾ ਆ ਘੋਲ ਵਿੱਚ ਘੁਲ ਗਿਆ। ਮਤਲਬ ਸੋਨੇ ਦੀ ਜਿਹੜੀ ਉੱਪਰਲੀ ਪਰਤ ਹੈ ਉਹ ਘੋਲ ਵਿੱਚ ਹੀ ਘੁਲ ਗਈ, ਜਿਸ ਕਰਕੇ ਸੋਨੇ ਦਾ ਭਾਰ ਕੁਝ ਘਟ ਗਿਆ ਹੈ। ਅੱਛਾ, ਫਿਰ ਵਿੱਚੋਂ ਜਿਹੜਾ ਐਕੁਆਰੀਜ਼ੀਆ ਹੈ ਨਾ, ਇਹਦਾ ਅਨੁਪਾਤ ਕੀ ਹੁੰਦਾ ਆ? ਇਹਦਾ ਅਨੁਪਾਤ ਹੁੰਦਾ ਹਾਈਡਰੋਕਲੋਰਿਕ ਐਸਿਡ ਦੇ 3 ਭਾਗ ਤੇ ਨਾਈਟ੍ਰਿਕ ਤੇਜ਼ਾਬ ਦੇ 1 ਭਾਗ। ਸੋ ਹਾਈਡਰੋਕਲੋਰਿਕ ਐਸਿਡ ਐਂਡ ਨਾਈਟ੍ਰਿਕ ਐਸਿਡ, ਇਹਨਾਂ ਦਾ ਜਿਹੜਾ ਮਿਕਸਚਰ ਹੈ ਉਹ ਕਹਾਂਦਾ ਹੈ ਐਕੁਆਰੀਜ਼ੀਆ। ਪ੍ਰਸ਼ਨ 12 ਹੈ ਸਾਡੇ ਕੋਲ, ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਲਿਖੋ। ਧਾਤਾਂ ਜਿਹੜੀਆਂ ਇਹ ਖਿੱਚਣਯੋਗ ਹੁੰਦੀਆਂ ਹਨ, ਤਾਂ ਹੀ ਇਹਨਾਂ ਦੀਆਂ ਤਾਰਾਂ ਬਣਦੀਆਂ ਹਨ। ਐਲੂਮੀਨੀਅਮ ਦੀਆਂ ਤਾਰਾਂ, ਕਾਪਰ ਦੀਆਂ ਤਾਰਾਂ। ਉਸ ਤੋਂ ਬਾਅਦ ਦੂਜਾ ਹੈ ਕਿ ਧਾਤਾਂ ਕੁੱਟਣਯੋਗ ਹੁੰਦੀਆਂ ਹਨ, ਇਹਨਾਂ ਨੂੰ ਕੁੱਟ ਕੇ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਹੈ, ਜਦਕਿ ਅਧਾਤਾਂ ਨਾ ਤਾਂ ਖਿੱਚਣਯੋਗ ਹਨ ਤੇ ਨਾ ਹੀ ਕੁੱਟਣਯੋਗ ਹਨ। ਤੀਜਾ ਪੁਆਇੰਟ, ਧਾਤਾਂ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ, ਤਾਂ ਹੀ ਜੋ ਵੀ ਰਸੋਈ ਦੇ ਵਿੱਚ ਬਰਤਨ ਯੂਜ਼ ਹੁੰਦੇ ਹਨ ਉਹ ਸਾਰੀਆਂ ਧਾਤਾਂ ਦੀਆਂ ਬਣੀਆਂ ਹੁੰਦੀਆਂ ਹਨ, ਜਦਕਿ ਅਧਾਤਾਂ ਜਿਹੜੀਆਂ ਹਨ ਉਹ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ। ਚੌਥਾ ਹੈ, ਧਾਤਾਂ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਬਿਲਕੁਲ ਦੇਖੋ ਕਿ ਜੋ ਤਾਰਾਂ ਹਨ ਉਹ ਕਾਪਰ ਦੀਆਂ ਜਾਂ ਐਲੂਮੀਨੀਅਮ ਦੀਆਂ ਜਾਂ ਇਸ ਤੋਂ ਕਹਿ ਦਈਏ ਅਸੀਂ ਐਲੋਇਜ਼ ਵੀ ਕਹਿੰਦੇ ਹਾਂ ਅਸੀਂ, ਉਹਦੀਆਂ ਬਣੀਆਂ ਹੁੰਦੀਆਂ ਹਨ। ਮਿਸ਼ਰਣ ਵੀ ਹੁੰਦਾ ਹੈ ਕਈ ਧਾਤਾਂ ਦਾ, ਤੇ ਤਾਂ ਹੀ ਉਹਨਾਂ ਵਿੱਚੋਂ ਜਿਹੜੀ ਹੈਗੀ ਹੈ ਬਿਜਲੀ ਜਿਹੜੀ ਹੈਗੀ ਹੈ ਉਹਦਾ ਸੰਚਾਰ ਹੁੰਦਾ ਹੈ। ਸੋ ਬਿਜਲੀ ਦੀਆਂ ਜਿਹੜੀ ਤਾਰਾਂ ਹਨ ਉਹ ਧਾਤਾਂ ਤੋਂ ਬਣਦੀਆਂ ਹਨ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧਾਤਾਂ ਜਿਹੜੀਆਂ ਹਨ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਹੁਣ ਅਧਾਤ ਦੀ ਗੱਲ ਕਰੀਏ ਤਾਂ ਧਾਤਾਂ ਜਿਹੜੀਆਂ ਹਨ ਤਕਰੀਬਨ ਸਾਰੀਆਂ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ, ਇੱਕ ਗ੍ਰੇਫਾਈਟ ਨੂੰ ਛੱਡ ਕੇ। ਇੱਕ ਗ੍ਰੇਫਾਈਟ ਹੈ ਜੋ ਕਿ ਅਧਾਤ ਹੈ ਤੇ ਨਾਲ ਦੀ ਨਾਲ ਬਿਜਲੀ ਦੀ ਚਾਲਕ ਵੀ ਹੈ, ਔਰ ਇਹਦੇ 'ਚ ਸ਼ਾਈਨ ਵੀ ਹੁੰਦੀ ਹੈ, ਚਮਕ ਵੀ ਹੁੰਦੀ ਹੈ। ਤੇ ਇਹਦੇ 'ਚ ਸਾਡੇ ਕੋਲ 2 ਪ੍ਰਸ਼ਨ ਹੋਰ ਬਣਦੇ ਹਨ ਕਿ ਅਜਿਹੀ ਅਧਾਤ ਜਿਹਦੇ ਵਿੱਚ ਚਮਕ ਹੁੰਦੀ ਹੈ ਗ੍ਰੇਫਾਈਟ, ਇਹ ਜਿਹੀ ਅਧਾਤ ਜੋ ਬਿਜਲੀ ਦੀ ਚਾਲਕ ਵੀ ਹੈ ਉਹ ਹੈ ਗ੍ਰੇਫਾਈਟ। ਸੋ ਇਸ ਦੇ ਨਾਲ ਹੀ ਅਭਿਆਸ ਸੰਬੰਧਤ ਧਾਤਾਂ ਅਤੇ ਅਧਾਤਾਂ ਦੇ ਸਾਰੇ ਪ੍ਰਸ਼ਨ ਉੱਤਰ ਕਰ ਲਏ ਗਏ ਹਨ। ਫਿਰ ਮਿਲਾਂਗੇ ਨੈ ਸੰਬੰਧਤ ਪ੍ਰਸ਼ਨ ਉੱਤਰਾਂ ਦੇ ਨਾਲ। ਉਦ ਤੱਕ ਲਈ ਮੇਰੇ ਵੱਲੋਂ ਯਾਨੀ ਰਾਜੀਵ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ।